ਗੁੱਡ ਮਾਰਨਿੰਗ ਦੋਸਤੋ। ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਕਰੰਟ ਅਫੇਅਰ ਦੀ ਸੀਰੀਜ਼ ਸਟਾਰਟ ਕੀਤੀ ਹੈ। ਅੱਜ ਸਾਡਾ ਜਨਵਰੀ ਮਹੀਨੇ ਦਾ ਲਾਸਟ ਪਾਰਟ ਹੈ। ਅਸੀਂ ਨਾਲ ਹੀ ਫੈਬਰਰੀ ਮਹੀਨੇ ਤੇ ਕਰੰਟ ਅਫੇਅਰ ਵੀ ਸਟਾਰਟ ਕਰ ਦੇਵਾਂਗੇ। ਅਗਰ ਤੁਹਾਨੂੰ ਪੀਡੀਐਫ ਚਾਹੀਦੀਆਂ ਨੇ ਤੁਸੀਂ ਟੈਲੀਗ੍ਰਾਮ ਚੈਨਲ 'ਤੇ ਜੁਆਇਨ ਕਰ ਸਕਦੇ ਹੋ, ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ। ਇਹ ਸੀਰੀਜ਼ ਪੰਜਾਬ ਦੇ ਸਟੂਡੈਂਟਸ ਲਈ ਨੇ ਜੋ ਕਰੰਟ ਅਫੇਅਰ ਪ੍ਰਪੇਅਰ ਕਰਨਾ ਚਾਹੁੰਦੇ ਨੇ। ਫਿਲਹਾਲ ਸਾਡਾ ਟਾਰਗੇਟ ਹੈ ਕਿ ਅਸੀਂ 6 ਮੰਥ ਦਾ ਕਰੰਟ ਅਫੇਅਰ ਪ੍ਰਪੇਅਰ ਕਰੀਏ, ਜੋ ਕਿ ਫਿਲਹਾਲ ਹੀ ਜੋ ਐਗਜ਼ਾਮ ਹੋਣ ਵਾਲਾ ਹੈ ਨੈਬ ਤਹਿਸੀਲਦਾਰ ਦਾ, ਉਹਦੇ ਲਈ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਹੋਰ ਵੀ ਸਾਰੇ ਪੰਜਾਬ ਦੇ ਐਗਜ਼ਾਮ ਆਉਣਗੇ, ਸਾਰਿਆਂ ਦੇ ਲਈ ਇੰਪੋਰਟੈਂਟ ਹੋਏਗਾ। ਹਰ ਇੱਕ ਨਿਊਜ਼ ਅਸੀਂ ਕਵਰ ਕੀਤੀ ਹੋਈ ਹੈ। ਸੋ ਐਗਜ਼ਾਮ 'ਚ ਜੋ ਵੀ ਕੁਐਸਚਨ ਆਉਣਗੇ ਕਰੰਟ ਅਫੇਅਰ ਦਾ, ਇਸ ਸੀਰੀਜ਼ 'ਚੋਂ ਬਾਹਰ ਨਹੀਂ ਕੋਈ ਕੁਐਸਚਨ ਹੋਏਗਾ। ਸਾਰੇ ਇਹਦੇ ਵਰਗੇ ਹੀ ਹੋਣਗੇ ਕੁਐਸਚਨ। ਸੋ ਤੁਸੀਂ ਸੀਰੀਜ਼ ਨੂੰ ਇੰਜੋਏ ਕਰੋਗੇ ਤਾਂ ਕਮੈਂਟ ਸੈਕਸ਼ਨ ਵਿੱਚ ਮੈਨੂੰ ਜ਼ਰੂਰ ਦੱਸਿਓ। ਸੋ ਅੱਜ ਸਟਾਰਟ ਕਰਦੇ ਹਾਂ। ਪਹਿਲੀ ਸਾਡੀ ਨਿਊਜ਼ ਹੈਗੀ ਹੈ, ਅਸੀਂ ਇੰਪੋਰਟੈਂਟ ਨਿਊਜ਼ ਇੰਡੀਆ ਦੇ ਰਿਗਾਰਡਿੰਗ ਜਿੰਨੀਆਂ ਵੀ ਨੇ ਉਹਨਾਂ ਬਾਰੇ ਡਿਸਕਸ ਕਰਾਂਗੇ। ਜੋ ਜ਼ਿਲ੍ਹਾ ਪ੍ਰੋਜੈਕਟ ਦੇ ਬਾਰੇ ਗੱਲ ਕੀਤੀ ਗਈ ਹੈ, ਏਸ਼ੀਆ ਲੌਂਗੈਸਟ ਬਾਈ ਡਾਇਰੈਕਸ਼ਨਲ ਟਨਲ। ਇਹ ਕੀ ਚੀਜ਼ ਹੈਗੀ? ਪ੍ਰੋਜੈਕਟ ਦੇ ਵਿੱਚ ਏਸ਼ੀਆ ਦੀ ਲੌਂਗੈਸਟ ਬਾਈ ਡਾਇਰੈਕਸ਼ਨਲ ਟਨਲ ਬਣਾਈ ਗਈ ਹੈ, ਜਿਹੜੀ ਕਨੈਕਟ ਕਰੇਗੀ ਲਦਾਖ ਨੂੰ ਸ਼੍ਰੀਨਗਰ ਦੇ ਨਾਲ। ਸੋ ਇਹਨੂੰ ਤੁਸੀਂ ਯਾਦ ਰੱਖਣਾ ਹੈ ਕਿ ਲਦਾਖ ਨੂੰ ਕਿਸ ਨਾਲ ਕਨੈਕਟ ਕੀਤਾ ਗਿਆ ਹੈ? ਸ਼੍ਰੀਨਗਰ ਦੇ ਨਾਲ। ਸੈਕਿੰਡ, what is the theme of 16th ਇੰਡੀਆ ਡਿਜੀਟਲ ਸਮਿਟ 2022? ਕਹਿੰਦੇ ਕਿ ਇੰਡੀਆ ਦੀ ਡਿਜੀਟਲ ਜਿਹੜੀ ਸਮਿਟ ਹੋਈ ਸੀ 2022 ਦੀ 16ਵੇਂ ਨੰਬਰ ਵਾਲੀ, ਉਹਦੀ ਥੀਮ ਕੀ ਸੀ? ਦੈਟ ਇਜ਼ ਸੁਪਰ ਚਾਰਜਿੰਗ ਸਟਾਰਟਅਪ। ਹੁਣ ਡਿਜੀਟਲ ਦਾ ਕੰਮ ਹੈ ਇਸ ਸਾਰੀ ਸਮਿਟ ਦੇ ਵਿੱਚ, ਸੋ ਇਵੇਂ ਦੀ ਕੋਈ ਥੀਮ ਹੋਏਗੀ ਜਿਹੜੀ ਕਿ ਅਸੀਂ ਸੁਪਰ ਚਾਰਜਿੰਗ ਔਰ ਸਟਾਰਟਅਪ ਕਰਾਂਗੇ, ਇਹਦੀ ਥੀਮ ਹੈਗੀ ਹੈ। ਅਗਲੀ ਹੈਗੀ ਹੈ, ਯੂਨੀਅਨ ਗਵਰਨਮੈਂਟ ਹੈ ਡੈਡੀਕੇਟਡ ਇੰਡੀਆ ਫਸਟ ਬਿਲਡ ਕੋਲ ਟੂ ਮਿਥੇਨੋਲ ਪਾਇਲਟ ਪਲਾਂਟ ਟੂ ਦੀ ਨੇਸ਼ਨ ਇਨ। ਕਹਿੰਦੇ ਨੇ ਕਿ ਇੱਕ ਪ੍ਰੋਜੈਕਟ ਹੈ ਜਿਹਦੇ ਵਿੱਚ ਅਸੀਂ ਕੋਲ ਨੂੰ ਤਾਂ ਅਸੀਂ ਇਸਤੇਮਾਲ ਕਰਦੇ ਹੀ ਹਾਂ, ਇਹਦੇ ਨਾਲ ਨੂੰ ਅਸੀਂ ਮਿਥੇਨੋਲ ਨੂੰ ਵੀ ਇਸਤੇਮਾਲ ਕਰਾਂਗੇ। ਕੋਲ ਟੂ ਮਿਥੇਨੋਲ ਇਹ ਇੱਕ ਪ੍ਰੋਜੈਕਟ ਦਾ ਨਾਮ ਹੈਗਾ, ਬਿਲਟ ਹੈਗਾ। ਸੋ ਇਹ ਕਹਿੰਦੇ ਕਿੱਥੇ ਬਣਾਇਆ ਗਿਆ ਹੈ? ਇਹ ਯੂਨੀਅਨ ਗਵਰਨਮੈਂਟ ਦੁਆਰਾ ਇਹ ਹੈਦਰਾਬਾਦ ਦੇ ਵਿੱਚ ਐਸਟੈਬਲਿਸ਼ ਕੀਤਾ ਗਿਆ ਹੈ। ਵਿਚ ਮਿਨਿਸਟਰੀ ਕੰਡਕਟਿੰਗ ਦੀ ਓਪਨ ਡਾਟਾ ਵੀਕ ਫਰੋਮ 17 to 21 ਜਨਵਰੀ 2022। 17 ਤੋਂ ਲੈ ਕੇ 21 ਜਨਵਰੀ 2022 ਦੇ ਵਿੱਚ ਅਸੀਂ ਓਪਨ ਡਾਟਾ ਵੀਕ ਮਨਾਇਆ ਜਾ ਰਿਹਾ ਹੈ ਟੂ ਇਨਕਰੇਜ ਅਡੋਪਸ਼ਨ ਆਫ ਓਪਨ ਡਾਟਾ ਐਂਡ ਪ੍ਰਮੋਟ ਇਨੋਵੇਸ਼ਨ ਅਕਰੋਸ ਇੰਡੀਆਜ਼ ਅਰਬਨ ਇਕੋਸਿਸਟਮ। ਇਹਦੇ ਵਿੱਚ ਕੀ ਹੈ ਕਿ ਅਸੀਂ ਪ੍ਰਮੋਟ ਕਰਾਂਗੇ ਕਿ ਉਹ ਸਾਰੇ ਓਪਨ ਡਾਟਾ ਨੂੰ ਯੂਜ਼ ਕਰਨ। ਸੋ ਇਹ ਕਿਸ ਮਿਨਿਸਟਰੀ ਦੇ ਅੰਡਰ ਆਉਂਦਾ ਹੈ? ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ ਦੇ ਅੰਡਰ ਆਉਂਦਾ ਹੈ। ਅਗਲੀ ਨਿਊਜ਼ ਹੈ, ਵਿਚ ਮਿਨਿਸਟਰੀ ਹੈਜ਼ ਆਰਗੇਨਾਈਜ਼ਡ ਦੀ 26 CISO ਡੀਪ ਡਾਈਵ ਟ੍ਰੇਨਿੰਗ ਪ੍ਰੋਗਰਾਮ। ਕਿਹੜੀ ਮਿਨਿਸਟਰੀ ਨੇ CISO ਡੀਪ ਡਾਈਵ ਪ੍ਰੋਗਰਾਮ ਨੂੰ ਕੰਡਕਟ ਕਰਵਾਇਆ ਹੈ? ਕਿੰਨਵੇਂ ਨੰਬਰ ਦਾ ਸੀ ਇਹ? 26ਵੇਂ ਨੰਬਰ ਦਾ ਸੀ, ਅੰਡਰ ਦੀ ਸਾਈਬਰ ਸੁਰੱਖਿਅਤ ਭਾਰਤ ਇਨੀਸ਼ੀਏਟਿਵ। ਸਾਈਬਰ ਸੁਰੱਖਿਅਤ ਭਾਰਤ ਇਨੀਸ਼ੀਏਟਿਵ ਦੇ ਅੰਡਰ ਇਹ ਪ੍ਰੋਜੈਕਟ ਆਉਂਦਾ ਹੈ। ਪ੍ਰੋਜੈਕਟ ਦਾ ਨਾਮ ਹੈ ਦੈਟ ਇਜ਼ CISO ਡੀਪ ਡਾਈਵ ਟ੍ਰੇਨਿੰਗ ਪ੍ਰੋਗਰਾਮ ਸੀ। ਕਿਸ ਮਿਨਿਸਟਰੀ ਅੰਦਰ ਆਉਂਦਾ ਹੈ? ਇਹ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨੋਵੇਸ਼ਨ ਇਨਫੋਰਮੇਸ਼ਨ ਟੈਕਨੋਲੋਜੀ ਦੇ ਅੰਡਰ ਆਉਂਦਾ ਹੈ। ਅਗਲੀ ਨਿਊਜ਼ ਹੈ, ਇੰਡੀਆ ਸੁਪਰ ਮੋਮ ਟਾਈਗਰਸ। ਜਿਹੜੀ ਬਹੁਤ ਹੀ ਵੱਡੀ ਟਾਈਗਰਸ ਹੁੰਦੀ ਹੈ ਨਾ, ਜਿਹੜੀ ਉਮਰ 'ਚ ਵੱਡੀ ਹੁੰਦੀ ਹੈ, ਉਹਨੂੰ ਸੁਪਰ ਮੋਮ ਟਾਈਗਰਸ ਕਹਿੰਦੇ ਨੇ। ਉਹਨੂੰ ਅਸੀਂ ਇੱਕ ਹੋਰ ਨਾਮ ਤੋਂ ਜਾਣਦੇ ਹਾਂ, ਦੈਟ ਇਜ਼ ਕੋਲਰ ਵਾਲੀ ਦੇ ਨਾਮ ਤੋਂ ਵੀ ਜਾਣਦੇ ਆ। ਉਹਨਾਂ ਦੀ ਫਿਲਹਾਲ ਦੀ ਡੈਥ ਹੋਈ ਹੈ। ਉਹ ਕਿਹੜੇ ਟਾਈਗਰ ਰਿਜ਼ਰਵ ਵਿੱਚ ਰਹਿਣ ਵਾਲੀ ਸੀ? ਦੈਟ ਇਜ਼ ਪੰਚ ਟਾਈਗਰ ਰਿਜ਼ਰਵ ਵਿੱਚ ਰਹਿਣ ਵਾਲੀ ਸੀ। ਔਰ ਤੁਸੀਂ ਕਮੈਂਟ ਸੈਕਸ਼ਨ ਦੇ ਮੈਨੂੰ ਜ਼ਰੂਰ ਦੱਸਿਓ ਕਿ ਪੰਚ ਟਾਈਗਰ ਰਿਜ਼ਰਵ ਕਿੱਥੇ ਸਥਿਤ ਹੈ। ਅਗਲੀ ਨਿਊਜ਼ ਹੈ, ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਐਂਡ ਇੰਟਰਪ੍ਰੀਨਿਓਰਸ਼ਿਪ ਹੈਜ਼ ਸਾਈਨ MOU। ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਤੇ ਇੰਟਰਪ੍ਰੀਨਿਓਰਸ਼ਿਪ ਨੇ MOU ਸਾਈਨ ਕੀਤਾ ਹੈ ਵਿਦ ਵਿਚ ਇੰਸਟੀਟਿਊਸ਼ਨ। ਕਿਸ ਇੰਸਟੀਟਿਊਸ਼ਨ ਨਾਲ? ਇੰਸਟੀਟਿਊਸ਼ਨ ਦਾ ਨਾਮ ਹੈ IGNOO। ਕਿਉਂ ਕੀਤਾ ਸੀ? ਟੂ ਫਰਦਰ ਸਟਰੈਂਥਨ ਦੀ ਵੋਕੇਸ਼ਨਲ ਐਂਡ ਟੈਕਨੀਕਲ ਟ੍ਰੇਨਿੰਗ ਫਰੇਮਵਰਕ। ਔਰ ਇਹਦੇ ਰਿਗਾਰਡਿੰਗ ਸਾਰੇ ਸਕਿੱਲਸ ਪ੍ਰੋਵਾਈਡ ਕੀਤੇ ਜਾਣਗੇ। ਉਹਦੇ ਰਿਗਾਰਡਿੰਗ ਇਹ ਸਾਰੀ ਨਿਊਜ਼ ਸੀ। ਸਾਡੀ 8 ਨੰਬਰ ਦੀ ਹੈ। ਔਨ ਦੀ ਓਕੇਜ਼ਨ ਆਫ 74th ਆਰਮੀ ਡੇ। ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਪੜ੍ਹਾਇਆ ਹੋਇਆ ਹੈ ਕਿ 15 ਜਨਵਰੀ ਨੂੰ ਕੀ ਮਨਾਇਆ ਜਾਂਦਾ ਹੈ? ਆਰਮੀ ਡੇ ਮਨਾਇਆ ਜਾਂਦਾ ਹੈ। ਇਸ ਵਾਰ ਦਾ ਕਿੰਨੇ ਵਾਲਾ ਸੀ? 74 ਨੰਬਰ ਵਾਲਾ ਸੀ। 74th ਨੰਬਰ ਦਾ ਸੀ। ਮੋਨੂਮੈਂਟ ਨੈਸ਼ਨਲ ਫਲੈਗ ਦੀ ਵਰਲਡ ਲਾਰਜੈਸਟ ਨੈਸ਼ਨਲ ਫਲੈਗ ਮੇਡ ਫਰੋਮ ਖਾਦੀ। ਕਹਿੰਦੇ ਖਾਦੀ ਤੋਂ ਇਹ ਨੈਸ਼ਨਲ ਸਭ ਤੋਂ ਵੱਡਾ ਫਲੈਗ ਬਣਵਾਇਆ ਗਿਆ। ਵਾਰ ਡਿਸਪਲੇ ਲੋਂਗੇਵਾਲਾ। ਕਿੱਥੇ ਡਿਸਪਲੇ ਕੀਤਾ ਗਿਆ? ਲੋਂਗੇਵਾਲਾ ਦੇ ਵਿੱਚ ਡਿਸਪਲੇ ਕੀਤਾ ਗਿਆ। ਇਹ ਜਿਹੜੀ ਲੋਂਗੇਵਾਲ ਵਾਲੀ ਜਗ੍ਹਾ ਹੈ ਕਿਹੜੀ ਸਟੇਟ ਵਿੱਚ ਸਥਿਤ ਹੈ? ਇਹ ਹੈਗੀ ਹੈ ਰਾਜਸਥਾਨ ਦੇ ਵਿੱਚ ਸਥਿਤ ਹੈ। ਤੁਸੀਂ ਇਹਨੂੰ ਯਾਦ ਰੱਖਣਾ ਹੈ। ਜਿਹੜਾ ਕਿ ਅਸੀਂ ਆਰਮੀ ਡੇ ਮਨਾਇਆ ਸੀ ਨਾ 15 ਜਨਵਰੀ ਨੂੰ, ਉਹ ਅਸੀਂ 74 ਨੰਬਰ ਦਾ ਆਰਮੀ ਡੇ ਸੀ। ਇਸ ਆਰਮੀ ਡੇ 'ਤੇ ਅਸੀਂ ਕੀ ਕੀਤਾ? ਅਸੀਂ ਵੱਡਾ ਸਾਰਾ ਨੈਸ਼ਨਲ ਫਲੈਗ ਬਣਾਇਆ ਜਿਹੜਾ ਖਾਦੀ ਦਾ ਬਣਿਆ ਹੋਇਆ ਸੀ ਔਰ ਲੋਂਗੇਵਾਲ ਵਿੱਚ ਇਹ ਡਿਸਪਲੇ ਕੀਤਾ ਗਿਆ। ਇਹ ਲੋਂਗੇਵਾਲ ਕਿੱਥੋਂ ਦੀ ਜਗ੍ਹਾ ਹੈ? ਇਹ ਰਾਜਸਥਾਨ ਦੀ ਜਗ੍ਹਾ ਹੈ। ਅਗਲੀ ਨਿਊਜ਼ ਹੈ, ਦੀ ਅਮਰ ਜਵਾਨ ਜੋਤੀ ਵਾਸ ਇਰੈਕਟਡ ਟੂ ਓਨਰ 1000 ਆਫ ਇੰਡੀਅਨ ਸੋਲਜਰਸ। ਜਿਹੜੀ ਅਮਰ ਜਵਾਨ ਜੋਤੀ ਸੀ ਇਹ ਕਿਹਨੂੰ ਰਿਪਰੈਜ਼ੈਂਟ ਕਰਦੀ ਹੈ? ਇੰਡੀਅਨ ਸੋਲਜਰਸ ਨੂੰ ਰਿਪਰੈਜ਼ੈਂਟ ਕਰਦੀ ਹੈ। ਕਿ ਕੌਣ ਸੋਲਜਰਸ ਨੇ? ਮੇਨਲੀ ਇਹ ਇੰਡੋ ਪਾਕ ਵਾਰ 1971 ਦੇ ਸੋਲਜਰਸ ਨੇ ਸਾਰੇ ਦੇ ਸਾਰੇ। ਅਗਲੀ ਆ ਗਈ, PM ਨਰਿੰਦਰ ਮੋਦੀ ਹੈ ਲੌਂਚਡ ਇੰਡੀਆ ਅਸਿਸਟਡ
ਸੋਸ਼ਲ ਹਾਊਸਿੰਗ ਯੂਨਿਟ ਪ੍ਰੋਜੈਕਟ ਇਨ ਵਿਚ ਕੰਟਰੀ, ਜਿਹੜਾ ਕਿ ਪੀਐਮ ਮੋਦੀ ਨੇ ਲਾਂਚ ਕੀਤਾ ਸੀ, ਇੰਡੀਆ ਅਸਿਸਟਡ ਸੋਸ਼ਲ ਹਾਊਸਿੰਗ ਯੂਨਿਟ ਪ੍ਰੋਜੈਕਟ। ਇਹ ਪ੍ਰੋਜੈਕਟ ਕਿਸ ਕੰਟਰੀ ਦਾ ਹੈ? ਇਹ ਮੋਰੀਸ਼ੀਅਸ ਕੰਟਰੀ ਦਾ ਪ੍ਰੋਜੈਕਟ ਹੈ। ਅਗਲਾ, ਇੰਡੀਆ ਫਸਟ ਸਟੇਟ ਆਫ ਆਰਟ ਹਾਈ ਪਰਫੋਰਮੈਂਸ ਪੈਰਾ ਬੈਡਮਿੰਟਨ ਅਕੈਡਮੀ। ਕੀ ਕਰ ਰਿਹਾ ਸਟੇਟ ਆਫ ਆਰਟ ਦੇ ਵਿੱਚ ਕੀ ਹੈ? ਮੈਂ ਪਹਿਲਾਂ ਵੀ ਇਹ ਤੁਹਾਨੂੰ ਨਿਊਜ਼ ਪੜ੍ਹਾਈ ਹੋਈ ਸੀ ਕਿ ਸਟੇਟ ਆਫ ਆਰਟ ਦੇ ਵਿੱਚ ਸ਼ਿਪ ਜਿਹੜੀ ਹੈਗੀ ਹੈ, ਜਿਹੜਾ ਕਿ ਸੋਰੀ ਵਾਟਰਵੇਜ਼ ਜਿਹੜਾ ਟ੍ਰੇਡ ਨੂੰ ਕੀਤਾ ਜਾਏਗਾ, ਉਹਦੇ ਬਾਰੇ ਰਿਗਾਰਡਿੰਗ ਸੀ ਕਿ ਟੈਕਸੀ ਪ੍ਰੋਵਾਈਡ ਕੀਤੀ ਜਾਏਗੀ। ਕਿਸ ਜਗ੍ਹਾ ਦੀ ਹੋਏਗੀ ਹੈ ਵਾਟਰ ਟੈਕਸੀ? ਇੱਕ ਵਾਰ ਰਿਕਾਲ ਕਰੋ, ਮੈਂ ਪਹਿਲਾਂ ਤੁਹਾਨੂੰ ਪੜ੍ਹਾਇਆ ਹੋਇਆ ਹੈ। ਵਾਟਰ ਟੈਕਸੀ ਮੁੰਬਈ ਦੇ ਵਿੱਚ ਚਲਾਈ ਗਈ ਹੈ ਔਰ ਇਸ ਹੀ ਜੋ ਸਟੇਟ ਆਫ ਆਰਟ ਦੇ ਅੰਡਰ ਹੀ ਦੱਸਿਆ ਜਾ ਰਿਹਾ ਹੈ ਕਿ ਅਸੀਂ ਬੈਡਮਿੰਟਨ ਦੀ ਅਕੈਡਮੀ ਖੋਲਾਂਗੇ ਜਿਹਦੀ ਪਰਫੋਰਮੈਂਸ ਬਹੁਤ ਹੀ ਹਾਈ ਹੋਏਗੀ, ਵਿਦ ਐਡਵਾਂਸਡ ਇਕਵਿਪਮੈਂਟ ਹੋਣਗੇ, ਫੈਸਿਲਿਟੀ ਪ੍ਰੋਵਾਈਡ ਕੀਤੀ ਜਾਏਗੀ ਹਾਈ ਲੈਵਲ ਦੀ। ਇਹ ਕਿੱਥੇ ਹੋਏਗੀ? ਇਹ ਲਖਨਊ ਦੇ ਵਿੱਚ ਸਥਿਤ ਹੋਏਗੀ। ਸੋ ਤੁਸੀਂ ਇਹਨੂੰ ਯਾਦ ਰੱਖਣਾ ਹੈ, ਕਿੱਥੋਂ ਦੀ ਹੋਏਗੀ? ਲਖਨਊ ਦੇ ਵਿੱਚ ਅਸੀਂ ਇਹਨੂੰ ਸਥਿਤ ਕਰਾਂਗੇ। with which organization has released a report titled Banking on Electric Vehicles in India। ਔਰ ਕਿਹੜੀ ਆਰਗੇਨਾਈਜੇਸ਼ਨ ਨੇ ਇਹ ਰਿਪੋਰਟ ਜਾਰੀ ਕੀਤੀ? ਰਿਪੋਰਟ ਦਾ ਨਾਮ ਹੈ ਬੈਂਕਿੰਗ ਔਨ ਇਲੈਕਟ੍ਰਿਕ ਵਹੀਕਲਸ ਇਨ ਇੰਡੀਆ ਇਨ ਕੋਲੈਬੋਰੇਸ਼ਨ ਵਿਦ ਰੌਕੀ ਮਾਊਂਟੇਨ ਇੰਸਟੀਟਿਊਟ। ਰੌਕੀ ਮਾਊਂਟੇਨ ਇੰਸਟੀਟਿਊਟ ਵਿੱਚ ਕਿਹਦੇ ਦੁਆਰਾ ਇਹ ਜਾਰੀ ਕੀਤੀ ਗਈ? ਨੀਤੀ ਆਯੋਗ ਦੁਆਰਾ ਜਾਰੀ ਕੀਤੀ ਗਈ ਹੈ। ਦੀ ਗੁਜਰਾਤ ਗੌਰਮੈਂਟ ਨੇਮਡ ਐਨ ਅੰਡਰ ਬ੍ਰਿਜ ਇਨ ਰਾਜਕੋਟ ਆਫਟਰ। ਕਹਿੰਦੇ ਕਿ ਗੁਜਰਾਤ ਗੌਰਮੈਂਟ ਨੇ ਕੀ ਹੈ ਨਾਮ ਦਿੱਤਾ ਹੈ ਬ੍ਰਿਜ ਦਾ ਰਾਜਕੋਟ ਦੇ ਵਿੱਚ ਜਿਹੜੇ ਗੌਰਮੈਂਟ ਨੇ ਕਿਸ ਨਾਮ ਤੇ ਬ੍ਰਿਜ ਨੂੰ ਬਣਾਇਆ ਗਿਆ ਹੈ? ਇਹ ਜਨਰਲ ਬਿਪਨ ਰਾਵਤ ਦੇ ਨਾਮ ਤੇ ਗੁਜਰਾਤ ਦੇ ਵਿੱਚ ਇੱਕ ਬ੍ਰਿਜ ਬਣਾਇਆ ਗਿਆ ਜਿਹੜਾ ਕਿੱਥੇ ਸਥਿਤ ਹੈ? ਰਾਜਕੋਟ ਦੇ ਵਿੱਚ ਸਥਿਤ ਹੈ। ਅਗਲੇ ਹੈਗੀ ਨਿਊਜ਼, ਵਟ ਇਜ਼ ਦੀ ਇੰਡੀਅਨਸ ਰੈਂਕ ਇਨ ਕਰਪਸ਼ਨ ਪਰਸੈਪਸ਼ਨ ਇੰਡੈਕਸ। CPI ਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਹੈਗਾ? 2021 ਰਿਲੀਜ਼ ਬਾਈ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੇ ਵਿੱਚ ਇੰਡੀਆ ਦਾ ਰੈਂਕ ਹੈਗਾ 85ਵਾਂ। ਕਿ ਇੰਡੀਆ ਵਿੱਚ ਕਿੰਨੇ ਕਰਪਸ਼ਨ ਹੁੰਦੇ ਨੇ, ਇਹਦੇ ਰਿਗਾਰਡਿੰਗ ਇਹ ਰੈਂਕ ਕੱਢਿਆ ਜਾਂਦਾ ਹੈ। ਪੂਰਾ ਨਾਮ ਦੇਖ ਲਓ। ਕਰਪਸ਼ਨ ਪਰਸੈਪਸ਼ਨ ਇੰਡੈਕਸ ਦੇ ਵਿੱਚ CPI ਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਹੈਗਾ? 85th ਨੰਬਰ ਦਾ ਰੈਂਕ ਹੈ। ਇਨ ਐਸੋਸੀਏਸ਼ਨ ਵਿਦ ਅਮਰ ਚਿਤਰਾ ਖਤਾ which ministry has prepared the comic book titled India's Women Unsung Heroes। ਜਿਹੜੀ ਕਿ ਇਹ ਬੁੱਕ ਹੈਗੀ ਹੈ ਨਾ ਇੰਡੀਆਜ਼ ਵੂਮਨ ਅਨਸੰਗ ਹੀਰੋਜ਼, ਇਹ ਕਿਸ ਐਸੋਸੀਏਸ਼ਨ ਨਾਲ ਰਿਲੇਟਡ ਹੈ? ਮਿਨਿਸਟਰੀ ਆਫ ਕਲਚਰ ਦੇ ਨਾਲ ਰਿਲੇਟਡ ਹੈਗੀ ਹੈ। ਸ਼ਿਵਾਂਗੀ ਸਿੰਘ ਹੈਲਡ ਫਰੋਮ ਵਿਚ ਸਟੇਟ। ਕਹਿੰਦੇ ਸ਼ਿਵਾਂਗੀ ਸਿੰਘ ਕਿਸ ਸਟੇਟ ਨੂੰ ਬਿਲੋਂਗ ਕਰਦੀ ਹੈ? ਵਿਚ ਹੈਜ਼ ਬਿਕਮ ਦੀ ਫਸਟ ਵੂਮਨ ਫਾਈਟਰ ਪਾਇਲਟ। ਕਹਿੰਦੇ ਕਿ ਉਹ ਫਾਈਟਰ ਪਾਇਲਟ ਦੀ ਪਹਿਲੀ ਵੂਮਨ ਹੋਏਗੀ ਜਿਹੜੀ ਕੀ ਕਰੇਗੀ ਰਾਫੇਲ ਨੂੰ ਫਲਾਈ ਕਰੇਗੀ, ਜਦੋਂ ਰਾਫੇਲ ਹੁੰਦੀ ਹੈ ਉਹਨੂੰ ਫਲਾਈ ਕਰੇਗੀ ਐਜ਼ ਏ ਪਾਰਟ ਆਫ ਇੰਡੀਅਨ ਏਅਰ ਫੋਰਸ। ਇੰਡੀਅਨ ਏਅਰ ਫੋਰਸ ਵਿੱਚ ਇਹ ਪਾਰਟ ਦੇ ਤੌਰ ਤੇ ਇਹ ਰਾਫੇਲ ਨੂੰ ਉਡਾਏਗੀ। ਕਦੋਂ? ਰਿਪਬਲਿਕ ਡੇ ਵਾਲੇ ਦਿਨ। ਸੋ ਜਿਹੜੀ ਸ਼ਿਵਾਂਗੀ ਸਿੰਘ ਹੈ ਕਿਹੜੀ ਸਟੇਟ ਨੂੰ ਬਿਲੋਂਗ ਕਰਦੀ ਹੈ? ਇਹਦਾ ਆਨਸਰ ਹੈ ਯੂਪੀ ਨੂੰ ਬਿਲੋਂਗ ਕਰਦੀ ਹੈ, ਉੱਤਰ ਪ੍ਰਦੇਸ਼ ਨੂੰ ਬਿਲੋਂਗ ਕਰਦੀ ਹੈ। ਅਗਲੀ ਆ ਗਈ ਨਿਊਜ਼, ਹਾਊ ਮਚ ਅਮਾਊਂਟ ਹੈਜ਼ ਬੀਨ ਕਲੈਕਟਡ ਅੰਡਰ PLI ਸਕੀਮ ਫॉर ਡਰੋਨਸ ਐਂਡ ਡਰੋਨ ਕੰਪੋਨੈਂਟਸ। ਡਰੋਨਸ ਤੇ ਡਰੋਨ ਕੰਪੋਨੈਂਟਸ ਲਈ PLI ਸਕੀਮ ਅੰਡਰ ਕਿੰਨਾ ਅਮਾਊਂਟ ਕਲੈਕਟ ਕੀਤੀ ਗਈ ਹੈ? 120 ਕਰੋੜ ਕਲੈਕਟ ਕੀਤੇ ਗਏ ਨੇ। Which tiger reserve has been awarded the prestigious International T×2 Award for doubling its tiger population since 2010। 2010 ਤੋਂ ਲੈ ਕੇ ਮਤਲਬ ਕਿ 2010 ਵਿੱਚ ਇਹ ਜਿਹਾ ਹੋਇਆ ਸੀ ਕਿ ਜੇ ਟਾਈਗਰ ਦੀ ਪੋਪੂਲੇਸ਼ਨ ਇੱਕਦਮ ਵਧੀ ਸੀ। ਹੁਣ ਕਹਿੰਦੇ T×2 ਅਵਾਰਡ ਕਿਸ ਟਾਈਗਰ ਰਿਜ਼ਰਵ ਨੂੰ ਦਿੱਤਾ ਗਿਆ ਹੈ ਜਿਹਨੇ ਕੀ ਕੀਤਾ ਹੈ ਕਿ ਉੱਥੇ ਦੀ ਟਾਈਗਰ ਪੋਪੂਲੇਸ਼ਨ ਡਬਲ ਹੋ ਗਈ ਹੈ ਉੱਥੋਂ ਦੀ। ਸੋ ਇਹ ਹੈਗਾ ਟਾਈਗਰ ਰਿਜ਼ਰਵ, ਦੈਟ ਇਜ਼ ਸਤਿਆਮੰਗਲਮ ਟਾਈਗਰ ਰਿਜ਼ਰਵ ਤਾਮਿਲਨਾਡੂ ਵਿੱਚ ਸਥਿਤ ਹੈ। ਸਤਿਆਮੰਗਲਮ ਟਾਈਗਰ ਰਿਜ਼ਰਵ ਤਾਮਿਲਨਾਡੂ ਦੇ ਵਿੱਚ ਸਥਿਤ ਹੈ। ਇੱਥੇ ਕੀ ਹੋਇਆ T×2 ਅਵਾਰਡ ਦਿੱਤਾ ਗਿਆ ਨਾ ਬਿਕੋਜ਼ ਇਹਨਾਂ ਨੇ ਟਾਈਗਰ ਪੋਪੂਲੇਸ਼ਨ ਇਹਨਾਂ ਦੀ ਡਬਲ ਹੋ ਗਈ ਹੈ। PM ਮੋਦੀ ਜੀ ਲੌਂਚਡ ਪੰਡਿਤ ਜਸਰਾਜ ਕਲਚਰ ਫਾਊਂਡੇਸ਼ਨ। ਉਹਨਾਂ ਨੇ ਕੀ ਕੀਤਾ ਹੈ? ਪੰਡਿਤ ਜਸਰਾਜ ਕਲਚਰ ਫਾਊਂਡੇਸ਼ਨ ਲਾਂਚ ਕੀਤੀ ਹੈ। ਕਦੋਂ? ਔਨ 92nd ਬਰਥ ਐਨੀਵਰਸਰੀ ਆਫ ਪੰਡਿਤ ਜਸਰਾਜ। ਪੰਡਿਤ ਜਸਰਾਜ ਦੇ ਬਰਥਡੇ ਤੇ ਉਹਨਾਂ ਨੇ ਪੰਡਿਤ ਜਸਰਾਜ ਕਲਚਰ ਫਾਊਂਡੇਸ਼ਨ ਸਟਾਰਟ ਕੀਤੀ ਹੈ। ਔਰ ਇਹ ਕਿਸ ਚੀਜ਼ ਨੂੰ ਬਿਲੋਂਗ ਕਰਦੇ ਸਨ? ਦੈਟ ਇਜ਼ ਇਹ ਵੋਕਲਿਸਟ ਸਨ। ਅਗਲੀ ਨਿਊਜ਼ ਹੈ ਇੰਡੀਅਨ ਇਨੋਵੇਸ਼ਨ ਸੈਂਟਰ ਫॉर ਗ੍ਰੇਫੀਨ। ਗ੍ਰੇਫੀਨ ਦੇ ਰਿਗਾਰਡਿੰਗ ਇਨੋਵੇਸ਼ਨ ਸੈਂਟਰ ਖੋਲ੍ਹਿਆ ਗਿਆ। ਕਿੱਥੇ ਖੋਲ੍ਹਿਆ ਗਿਆ ਹੈ? ਇਹ ਥ੍ਰੀਸੁਰ ਕੇਰਲਾ ਦੇ ਵਿੱਚ ਖੋਲ੍ਹਿਆ ਗਿਆ ਹੈ। ਅਗਲੀ ਨਿਊਜ਼ ਹੈ ਵਿਦ ਟੈਕਨੀਕਲ ਅਸਿਸਟੈਂਸ ਆਫ ਵਿਚ ਕੰਟਰੀ। ਕਹਿੰਦੇ ਟੈਕਨੀਕਲ ਅਸਿਸਟੈਂਸ ਕਿਸ ਕੰਟਰੀ ਦੀ ਅਸੀਂ ਲਈ ਹੈ? ਕਿਉਂ? ਦੀ ਯੂਨੀਅਨ ਗਵਰਨਮੈਂਟ ਹੈ ਡਿਸਾਈਡਡ ਟੂ ਹੈਜ਼ ਡੈਡੀਕੇਟਡ ਟੂ ਕਨਵਰਟ ਐਜ਼ ਮੈਨੀ 150 ਵਿਲੇजेस ਇਨਟੂ ਵਿਲੇजेस ਆਫ ਐਕਸੀਲੈਂਸ ਇਨ 12 ਸਟੇਟਸ।
ਕਹਿੰਦੇ 12 ਸਟੇਟਾਂ ਦੇ ਵਿੱਚ ਅਸੀਂ ਕੀ ਕਰਨਾ ਹੈ 150 ਵਿਲੇਜ ਚੂਜ਼ ਕਰਨੇ ਨੇ ਤੇ ਅਸੀਂ ਉਹਨਾਂ ਨੂੰ ਕਨਵਰਟ ਕਰਨਾ ਹੈ ਵਿਲੇਜ ਆਫ ਐਕਸੀਲੈਂਸ 'ਚ, ਮਤਲਬ ਕਿ ਉੱਥੇ ਅਸੀਂ ਡਿਵੈਲਪਮੈਂਟ ਕਰਾਂਗੇ। ਔਰ ਕਿਸ ਕੰਟਰੀ ਦੀ ਅਸੀਂ ਮਦਦ ਲੈ ਰਹੇ ਹਾਂ ਕਿ ਕਿੱਦਾਂ ਦੀ ਟੈਕਨੀਕਲ ਅਸਿਸਟੈਂਸ ਲੈ ਰਹੇ ਹਾਂ, ਅਸੀਂ ਇਜ਼ਰਾਈਲ ਦੀ ਅਸਿਸਟੈਂਸ ਲੈ ਰਹੇ ਹਾਂ। ਇਜ਼ਰਾਈਲ ਦੇ ਨਾਲ ਅਸੀਂ ਕੋਲੈਬੋਰੇਸ਼ਨ ਕੀਤੀ ਹੈਗੀ ਕਿ ਸਾਡੇ 150 ਜਿਹੜੇ ਵਿਲੇजेस ਹੋਣਗੇ ਉਹਨਾਂ ਨੂੰ ਅਸੀਂ ਡਿਵੈਲਪ ਕਰਾਂਗੇ। What is the theme of 30th Foundation Day celebration of National Commission for Women? National Commission for Women ਦਾ 30th Foundation Day ਹੈਗਾ, ਸੋ ਇਹਦੀ ਥੀਮ ਕੀ ਹੈ? She the Change Maker. She the Change Maker is the theme for the National Commission for Women. ਅਗਲੀ ਨਿਊਜ਼ ਹੈ, the government has mandated storage of international calls, satellite phone calls, conference calls and messages made over normal network as well as on the internet for a period of at least 2 years. ਸੋ ਐਵੇਂ ਹੀ ਨਿਊਜ਼ ਹੈ, ਇਹਨੂੰ ਤੁਸੀਂ ਨਾ ਧਿਆਨ ਨਾ ਦਿਓ, ਇੰਨੀ ਆਏਗੀ ਪੇਪਰ 'ਚ। ਅਗਲੀ ਨਿਊਜ਼ ਵੱਲ ਧਿਆਨ ਜਾਂਦੇ ਆ। ਇੰਡੀਆਜ਼ ਲਾਰਜੈਸਟ 100 ਪੁਆਇੰਟ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨ, ਜਿਹੜਾ ਕਿ ਸਭ ਤੋਂ ਵੱਡਾ ਇਲੈਕਟ੍ਰਿਕ ਸਟੇਸ਼ਨ ਚਾਰਜ ਕਰੇਗਾ ਜਿਹੜੇ ਵਹੀਕਲਸ ਨੂੰ 100 ਪੁਆਇੰਟਸ ਦਾ, ਉਹ ਫੋਰ ਵੀਲਰਸ ਦੇ ਲਈ। ਉਹ ਕਿੱਥੇ ਸਥਿਤ ਹੈ? ਉਹ ਗੁਰੂਗ੍ਰਾਮ ਦੇ ਵਿੱਚ ਸਥਿਤ ਹੈ, ਗੁਰੂਗ੍ਰਾਮ ਵਿੱਚ। ਸੋ ਤੁਸੀਂ ਇਹਨੂੰ ਯਾਦ ਰੱਖਣਾ ਹੈ, ਗੁਰੂਗ੍ਰਾਮ ਵਿੱਚ ਸਥਿਤ ਹੈਗਾ। ਕੀ ਚੀਜ਼ ਇਹ ਬਣਾਈ ਗਈ ਹੈ? ਇੱਥੇ ਲਾਰਜੈਸਟ 100 ਪੁਆਇੰਟ ਇਲੈਕਟ੍ਰਿਕ ਵਹੀਕਲ ਸਟੇਸ਼ਨ ਚਾਰਜਿੰਗ ਸਟੇਸ਼ਨ ਬਣਾਇਆ ਗਿਆ ਹੈ। ਦੀ ਈਅਰ 2022 ਮਾਰਕਡ ਵਿੱਚ ਡੈਥ ਐਨੀਵਰਸਰੀ ਆਫ ਫਾਦਰ ਆਫ ਨੇਸ਼ਨ। ਜਿਹੜਾ 2022 ਹੈ ਉਹ ਕੀ ਕਰਦਾ? ਡੈਥ ਐਨੀਵਰਸਰੀ ਨੇ ਫਾਦਰ ਆਫ ਨੇਸ਼ਨ ਦੀ ਮਾਰਕ ਕਰਦਾ ਹੈ। ਇਸ ਨੂੰ ਅਸੀਂ ਹੋਰ ਕੀ ਕਹਿੰਦੇ? ਇਸ ਨੂੰ ਅਸੀਂ ਮਾਰਟੀਅਰਸ ਡੇ ਵੀ ਕਿਹਾ ਜਾਂਦਾ ਹੈ। ਅੱਗੇ ਸਟੇਟ ਨਿਊਜ਼ ਦੀ ਗੱਲ ਕਰਾਂਗੇ। ਵਿਚ ਸਟੇਟ ਗਵਰਨਮੈਂਟ ਵਿਲ ਇੰਸਟਾਲ ਏ ਸਟੈਚੂ ਆਫ ਕੋਲੋਨਲ ਜੌਨ ਪੈਨੀਚੁਕ ਇਨ ਦੀ UK, ਏ ਬ੍ਰਿਟਿਸ਼ ਇੰਜੀਨੀਅਰ ਹੂ ਬਿਲਡ ਦੀ ਮਲਾਪੈਰੀਅਰ ਡੈਮ ਇਨ 1895। ਕਹਿੰਦੇ ਕਿ ਸਟੇਟ ਨਿਊਜ਼ ਦੇ ਵਿੱਚ ਪਹਿਲੀ ਨਿਊਜ਼ ਹੈਗੀ ਹੈ ਸਾਡੀ ਕਿ ਉਸ ਗਵਰਨਮੈਂਟ ਦਾ ਨਾਮ ਦੱਸੋ, ਕਿੱਥੋਂ ਦੀ ਗਵਰਨਮੈਂਟ ਹੈ? ਤਮਿਲਨਾਡੂ ਦੀ ਗਵਰਨਮੈਂਟ ਹੈ, ਜਿਨ੍ਹਾਂ ਨੇ ਕੀ ਕੀਤਾ ਹੈਗਾ ਕਿ ਇੱਕ ਡੈਮ ਬਿਲਡ ਕੀਤਾ ਹੈ। ਡੈਮ ਦਾ ਨਾਮ ਕੀ ਹੈ? ਮੁੱਲਾਪੇਰੀਆਰ ਡੈਮ ਹੈਗਾ। ਸੋ ਇਹ ਕਿਹਦੀ ਅਸਿਸਟੈਂਸ ਨਾਲ ਕੀਤਾ ਗਿਆ? ਸਟੈਚੂ ਆਫ ਕੋਲੋਨਲ ਜੌਨ ਪੈਨੀਚੁਕ UK ਦੇ ਸਨ, ਉਹਨਾਂ ਦੇ ਬ੍ਰਿਟਿਸ਼ ਇੰਜੀਨੀਅਰ ਸਨ ਜਿਨ੍ਹਾਂ ਨੇ ਇਹ ਬਿਲਡ ਕੀਤਾ ਹੈ। ਔਰ ਇਹ ਕਿੱਥੇ ਸਥਿਤ ਹੈ? ਤਮਿਲਨਾਡੂ ਦੇ ਵਿੱਚ ਸਥਿਤ ਹੈ। ਅਗਲੀ ਹੈਗੀ ਵਿਚ ਸਟੇਟ ਜਾਂ UT ਹੈ ਸਾਈਨ MOU ਵਿਦ UAE। ਅਸੀਂ ਇਹ ਪਹਿਲਾਂ ਵੀ ਨਿਊਜ਼ ਕਵਰ ਕਰ ਚੁੱਕੇ ਹਾਂ, ਅਗਰ ਤੁਹਾਨੂੰ ਯਾਦ ਹੋਏਗਾ ਕਿ ਕਿਹੜੀ ਸਟੇਟ ਤੇ UT ਦੇ ਵਿੱਚ ਕੀ ਹੋਏਗਾ ਕਿ ਪਾਇਨਰਿੰਗ ਫਾਈਨੈਂਸ਼ੀਅਲ ਸਰਵਿਸ ਕੰਪਨੀ ਜਾਂ ਫਿਰ ਸੈਂਚੁਰੀ ਫਾਈਨੈਂਸ਼ੀਅਲ ਵਿਲ ਇਨਵੈਸਟ $100 ਮਿਲੀਅਨ। $100 ਮਿਲੀਅਨ ਉਹ ਇਨਵੈਸਟ ਕਰਨਗੇ ਕਿੱਥੇ? ਜੰਮੂ ਐਂਡ ਕਸ਼ਮੀਰ ਵਿੱਚ। ਇੱਥੇ ਹੋਟਲਸ ਵਗੈਰਾ ਖੁੱਲ੍ਹਣਗੇ, ਉਹਦੇ ਰਿਗਾਰਡਿੰਗ MOU ਸਾਈਨ ਹੋਇਆ ਹੈ। ਵਿਚ state government had decided to set up an employment mission to create around 15 lakh jobs opportunity in the state in the next 5 years। ਕਿੱਥੇ ਦੀ ਸਰਕਾਰ ਨੇ ਕਿਹਾ ਕਿ ਅਗਲੇ 5 ਸਾਲ ਵਿੱਚ ਅਸੀਂ 15 ਲੱਖ ਜੌਬਸ ਪ੍ਰੋਵਾਈਡ ਕਰਾਂਗੇ। ਇਹ ਛੱਤੀਸਗੜ੍ਹ ਦੀ ਸਟੇਟ ਨੇ ਕਿਹਾ ਹੈ। Which state government has approved Manna Uru Manna Badi program aimed at all-round development and creation of effective basic infrastructure school across the state? ਕਹਿੰਦੇ ਸਕੂਲਾਂ ਦੇ ਵਿੱਚ ਇਨਫਰਾਸਟਰਕਚਰ ਅਸੀਂ ਸੁਧਾਰਨ ਦੇ ਲਈ ਇੱਕ ਜਿਹੜੀ ਉਹਨਾਂ ਨੇ ਇੱਕ ਅਪਰੂਵ ਕੀਤਾ ਹੈ, ਜਿਹੜੀ ਕਿ ਸਾਡਾ ਪ੍ਰੋਗਰਾਮ ਸੀ, ਉਹਦਾ ਨਾਮ ਹੈ ਮੰਨਾ ਓਰੂ ਮੰਨਾ ਬੜੀ। ਸੋ ਇਹ ਕਿੱਥੋਂ ਦਾ ਹੈਗਾ? ਇਹ ਤੇਲੰਗਾਨਾ ਦਾ ਹੈ। ਵਿਚ ਸਟੇਟ ਹੈਜ਼ ਵਨ ਦੀ ਮੈਕਸਿਮਮ ਨੰਬਰ ਆਫ ਅਵਾਰਡਸ ਦੀ ਸੈਕਿੰਡ ਨੈਸ਼ਨਲ ਸਟਾਰਟਅਪ ਅਵਾਰਡ। ਸਟਾਰਟਅਪ ਅਵਾਰਡ ਦੇ ਵਿੱਚ ਦੂਸਰੇ ਨੰਬਰ। ਸੋ ਸਟਾਰਟਅਪ ਅਵਾਰਡ ਦੇ ਵਿੱਚ ਜਿਹੜੀ ਕਿ ਪਹਿਲੇ ਨੰਬਰ 'ਤੇ ਕਿਹੜੀ ਕੰਟਰੀ ਹੈ? ਕਿਹੜੀ ਸਟੇਟ ਆਈ ਹੈ ਜਿਹਨੇ ਕਿ ਮੈਕਸਿਮਮ ਅਵਾਰਡ ਲਏ ਨੇ? ਸੈਕਿੰਡ ਨੰਬਰ 'ਤੇ ਅਸੀਂ ਇਹਦੀ ਸੈਕਿੰਡ ਐਡੀਸ਼ਨ ਚੱਲ ਰਿਹਾ ਨੈਸ਼ਨਲ ਸਟਾਰਟਅਪ ਅਵਾਰਡ ਦਾ। ਸੋ ਇਹਦੇ 'ਤੇ ਇਸ ਵਾਰ ਕਿਹਨੇ ਸਭ ਤੋਂ ਵੱਧ ਲਈ? ਕਰਨਾਟਕਾ ਨੇ ਲਿਆ। ਵਿਚ ਕੰਟਰੀ ਅਨਾਊਂਸਡ USD 500 ਮਿਲੀਅਨ ਕ੍ਰੈਡਿਟ ਲਾਈਨ ਟੂ ਹੈਲਪ ਸ਼੍ਰੀਲੰਕਾ ਪਰਚੇਜ਼ ਪੈਟਰੋਲੀਅਮ ਪ੍ਰੋਡਕਟਸ। ਕਹਿੰਦੇ ਕਿ ਔਰ ਸ਼੍ਰੀਲੰਕਾ ਦੀ ਕੌਣ ਇਸ ਟਾਈਮ 'ਤੇ ਹੈਲਪ ਕਰ ਰਿਹਾ? ਇੰਡੀਆ ਹੈਲਪ ਕਰ ਰਿਹਾ। ਕਿਵੇਂ? ਕਿ ਉਹਨੇ ਕੀ ਕੀਤਾ? 500 ਮਿਲੀਅਨ ਕ੍ਰੈਡਿਟ ਲਾਈਨ ਜਿਹੜੇ ਇਸ਼ੂ ਕੀਤੇ ਨੇ ਸ਼੍ਰੀਲੰਕਾ ਨੂੰ ਕਿ ਉਹ ਪਰਚੇਜ਼ ਕਰ ਸਕਣ ਪੈਟਰੋਲੀਅਮ ਪ੍ਰੋਡਕਟਸ। The United Nations World Food Programme WFP has signed joined hands with which state? ਕਹਿੰਦੇ ਕਿ ਵਰਲਡ ਫੂਡ ਪ੍ਰੋਗਰਾਮ ਨੇ ਕਿਹਦੇ ਨਾਲ? ਸਟੇਟ ਦੇ ਨਾਲ ਜੁਆਇਨ ਕੀਤਾ ਹੈ। To improve the food security of small marginal farmers by strengthening their resilience to climate change। ਅਗਰ ਮੌਸਮ ਚੇਂਜ ਹੁੰਦਾ ਹੈ ਤਾਂ ਉਹਦੇ ਅਕੋਰਡਿੰਗ ਆਪਣੀ ਕ੍ਰੋਪਸ ਦਾ ਕਿਵੇਂ ਬਚਾਅ ਕਰਨਗੇ। ਇਹਦੇ ਰਿਗਾਰਡਿੰਗ ਜਿਹੜੇ ਫੂਡ ਪ੍ਰੋਗਰਾਮ ਵਾਲੇ ਨੇ ਕਿਸ ਸਟੇਟ ਦੇ ਨਾਲ ਆਪਣਾ MOU ਸਾਈਨ ਹੋਇਆ ਹੈ? ਉਹਨਾਂ ਦਾ ਉੜੀਸਾ ਦੇ ਨਾਲ ਹੋਇਆ ਹੈ। Which state government had decided to establish an infrastructure financing authority on the occasion of its global jubilee celebration? ਕਹਿੰਦੇ ਕਿ ਕਿਸ ਗਵਰਨਮੈਂਟ ਨੇ, ਉਸ ਗਵਰਨਮੈਂਟ ਦਾ ਨਾਮ ਹੈਗਾ ਸਟੇਟ ਦਾ, ਦੈਟ ਇਜ਼ ਅਰੁਣਾਚਲ ਪ੍ਰਦੇਸ਼ ਦੀ ਗਵਰਨਮੈਂਟ ਨੇ ਕੀ ਕਿਹਾ ਹੈ ਕਿ ਉਹ ਆਪਣੇ ਗੋਲਡਨ ਜੁਬਲੀ ਦੀ ਸੈਲੀਬ੍ਰੇਸ਼ਨ ਕੀ ਕਰਨਗੇ? ਇੰਫਰਾਸਟਰਕਚਰ ਫਾਈਨੈਂਸਿੰਗ ਅਥਾਰਟੀ
की करनगे इस्टैबलिश करेंगे। अगली न्यूज़ है विद विच another state government the Himachal Pradesh government has signed MOU to revive the Saraswati river। ਹਿਮਾਚਲ ਪ੍ਰਦੇਸ਼ ਵਾਲੇ ਜਿਹੜੀ ਸਰਵਿਸ ਸੀ ਉਹਨਾਂ ਨੇ ਕੀ ਕੀਤਾ MOU ਸਾਈਨ ਕੀਤਾ ਹੈ ਹਰਿਆਣੇ ਦੇ ਨਾਲ ਕਿ ਉਹ ਸਰਸਵਤੀ ਰਿਵਰ ਨੂੰ ਕੀ ਉਹਦਾ ਕੀ ਕਰਨ ਰਿਵਾਈਵ ਕਰਨ ਉਸ ਨੂੰ। तो अगला हैगी न्यूज़ विच स्टेट गवर्नमेंट हैज सेट अप इंडिया फर्स्ट एनिमेशन विजुअल इफेक्ट गेमिंग एंड कॉमिक सेंटर ऑफ एक्सीलेंस रिसेंटली। सो एनीमेशन ਲਈ ਵਿਜ਼ੂਅਲ ਇਫੈਕਟ ਗੇਮਿੰਗ ਕੌਮਿਕ ਦੇਣ ਲਈ ਕਿੱਥੇ ਸੈਂਟਰ ਖੋਲ੍ਹਿਆ ਗਿਆ ਹੈ ਕਰਨਾਟਕਾ ਦੇ ਵਿੱਚ ਸੈਂਟਰ ਖੋਲ੍ਹਿਆ ਗਿਆ ਹੈ। ਵਿੱਚ ਸਟੇਟ ਯੂਟੀ ਵੂਮਨ ਟੀਮ ਹੈਜ਼ ਵਨ ਦੀ 9th ਨੈਸ਼ਨਲ ਵੂਮਨ ਆਈਸ ਹਾਕੀ ਚੈਂਪੀਅਨਸ਼ਿਪ ਆਰਗੇਨਾਈਜ਼ਡ ਬਾਈ ਦੀ ਆਈਸ ਹਾਕੀ ਐਸੋਸੀਏਸ਼ਨ ਆਫ ਇੰਡੀਆ ਇਨ ਹਿਮਾਚਲ ਪ੍ਰਦੇਸ਼। ਹਿਮਾਚਲ ਪ੍ਰਦੇਸ਼ ਦੇ ਵਿੱਚ किस स्टेट ने उस स्टेट का नाम है लद्दाख। लद्दाख वाले ने की किया है वूमेन्स टीम उत्थों की वूमेन्स टीम हैज़ वन दी 9th नैशनल वूमेन्स आइस हॉकी चैंपीयनशिप। जो उत्थों की वूमेन्स ने उन्होंने की किया है चैंपीयनशिप उन्होंने जीती हैगी है किस चीज़ की आइस हॉकी चैंपीयनशिप उन्होंने जीती है। Which state government has launched Garam 1, a technology-driven program that would offer service of various government department in rural areas। ਜਿਹੜੇ ਕਿ ਕਰਨਾਟਕਾ ਵਾਲੇ ਹੈ ਉਹਨਾਂ ਦੇ ਥਾਂ ਤੇ ਕੀ ਕੀਤਾ ਗਿਆ ਗਵਰਨਮੈਂਟ ਨੇ ਇੱਕ ਗਰਮ 1 ਇੱਕ ਟੈਕਨੋਲੋਜੀ ਡਰਾਈਵਨ ਪ੍ਰੋਗਰਾਮ ਲਾਂਚ ਕੀਤਾ ਜਿਹਦੇ ਵਿੱਚ ਕੀ ਹੋਏਗਾ ਜੋ ਜਿੰਨੇ ਵੀ ਰੂਰਲ ਏਰੀਆਸ ਨੇ ਉਹਨਾਂ ਵਿੱਚ ਡਿਪਾਰਟਮੈਂਟ ਦੇ ਕਿਹੜੀ ਸਰਵਿਸ ਉਹਨਾਂ ਦੀ ਜਲਦੀ ਤੋਂ ਜਲਦੀ ਪਹੁੰਚ ਜਾਏਗੀ। ਅੱਗੇ ਨਿਊਜ਼ ਹੈਗੀ ਹੈ ਰਾਮਗੜ੍ਹ ਵਿਸ਼ਵਧਾਰੀ ਵਾਈਲਡ ਲਾਈਫ ਸੈਂਚੁਰੀ। ਜਿਹੜੀ ਰਾਮਗੜ੍ਹ ਵਿਸ਼ਵਧਾਰੀ ਵਾਈਲਡ ਲਾਈਫ ਸੈਂਚੁਰੀ ਹੈਗੀ ਹੈ ਇਸ ਲੋਕੇਟਡ ਇਨ ਵਿਚ ਸਟੇਟ ਕਿਸ ਸਟੇਟ ਵਿੱਚ ਸਥਿਤ ਹੈਗੀ ਹੈ ਜਿਹਨੇ ਕੀ ਕੀਤਾ ਇਸ ਟਾਈਮ ਤੇ ਪ੍ਰਪੋਜ਼ਡ 5 ਸਾਈਟਸ ਇਨ ਦੀ ਕੰਟਰੀ ਇਜ਼ ਐਕਸੈਪਟਡ ਟੂ ਬੀ ਫਾਰਮਲੀ ਨੋਟੀਫਾਈਡ ਐਜ਼ ਟਾਈਗਰ ਰਿਜ਼ਰਵ। ਔਰ ਉਹ ਕੀ ਬਣ ਜਾਣਗੇ ਟਾਈਗਰ ਰਿਜ਼ਰਵ ਬਣ ਜਾਣਗੇ। ਔਰ ਰਾਮਗੜ੍ਹ ਵਾਈਲਡ ਲਾਈਫ ਸੈਂਚੁਰੀ ਹੈਗੀ ਹੈ ਸੋ ਇਹ ਕਿੱਥੋਂ ਕਿਸ ਸਟੇਟ ਨਾਲ ਬਿਲੋਂਗ ਕਰਦੀ ਹੈ ਇਹ ਰਾਜਸਥਾਨ ਨੂੰ ਬਿਲੋਂਗ ਕਰਦੀ ਹੈ। अगली साड़ी न्यूज़ है विच स्टेट गवर्नमेंट हैज़ इस्टैबलिश इट्स ओन ड्रोन मैन्युफैक्चरिंग कॉरपोरेशन। ਉਹ ਕੀ ਕਰਨਗੇ ਆਪਣੀ ਹੀ ਜਗ੍ਹਾ 'ਤੇ ਜਾ ਕੇ ਡਰੋਨਸ ਨੂੰ ਮੈਨੂਫੈਕਚਰਿੰਗ ਕਰਨਗੇ। ਉਹ ਕਿੱਥੋਂ ਦੀ ਸਟੇਟ ਹੈ ਕਿ ਤਮਿਲਨਾਡੂ ਵਾਲੇ ਕਹਿੰਦੇ ਨੇ ਕਿ ਅਸੀਂ ਆਪਣੇ ਡਰੋਨ ਆਪ ਹੀ ਬਣਾਵਾਂਗੇ। ਵਿਚ ਸਟੇਟ ਗਵਰਨਮੈਂਟ ਹੈਜ਼ ਫਾਰਮਡ 30 ਨਿਊ ਡਿਸਟ੍ਰਿਕਟ। 13 ਨਿਊ ਡਿਸਟ੍ਰਿਕਟ ਕਿਸ ਗਵਰਨਮੈਂਟ ਵਿੱਚ ਐਡ ਹੋਏ ਨੇ ਆਂਧਰਾ ਪ੍ਰਦੇਸ਼ ਦੇ ਵਿੱਚ 13 ਡਿਸਟ੍ਰਿਕਟ ਨਵੇਂ ਐਡ ਹੋਏ ਨੇ। ਸੋ ਹੁਣ ਸਾਡੀਆਂ ਇਹ ਸਾਰੀਆਂ ਸਟੇਟ ਦੀ ਨਿਊਜ਼ ਸੀ ਉਹ ਸਾਰੀਆਂ ਕਵਰ ਕਰ ਲਈਆਂ ਨੇ ਅਸੀਂ। ਹੁਣ ਜਿੰਨੀਆਂ ਵੀ ਵਰਡ ਦੀਆਂ ਨਿਊਜ਼ ਨੇ ਉਹਨਾਂ ਦੇ ਰਿਗਾਰਡਿੰਗ ਅਸੀਂ ਪੜ੍ਹਾਂਗੇ। ਇੰਟਰਨੈਸ਼ਨਲ ਫੋਕ ਆਰਟ ਫੈਸਟੀਵਲ ਇੰਟਰਨੈਸ਼ਨਲੀ ਤੌਰ 'ਤੇ ਫੋਕ ਆਰਟ ਫੈਸਟੀਵਲ ਜਿਹੜਾ ਕਿੱਥੇ ਮਨਾਇਆ ਗਿਆ ਦੁਬਈ ਦੇ ਵਿੱਚ ਮਨਾਇਆ ਗਿਆ ਹੈ। ਵਿਚ ਕੰਟਰੀ ਹੈਜ਼ ਡਿਸਕਵਰਡ ਹਿਊਜ ਪੋਟੈਂਸ਼ੀਅਲ ਨੈਚੁਰਲ ਗੈਸ ਹਾਈਡਡ ਡਿਪੋਜ਼ਿਟ to इतने ट्रिलियन क्यूबिक फीट in its executive economic zone। सो ਇਹਦਾ आंसर है दैट इज़ बांग्लादेश। ਕਿਹੜੀ कंट्री है बांग्लादेश है। which country has built an artificial moon research facility that will enable them to simulate low gravity environment using magnetism। ਕਹਿੰਦੇ ਨੇ ਕਿ ਉਹ ਮੈਗਨੇਟਿਜ਼ਮ ਦਾ ਯੂਜ਼ ਕਰਦੇ ਹੋਏ ਆਰਟੀਫਿਸ਼ੀਅਲ ਮੂਨ ਬਣਾਉਣਗੇ ਕਿਹਨੇ ਕਿਸ ਕੰਟਰੀ ਦੀ ਗੱਲ ਹੈ ਚਾਈਨਾ ਵਾਲਿਆਂ ਨੇ ਐਵੇਂ ਕੀਤਾ ਹੈ। ਅਗਲੀ ਨਿਊਜ਼ ਹੈ ਇਨਫਿਨਿਟੀ ਬ੍ਰਿਜ ਕਿੱਥੇ ਬਣਾਇਆ ਗਿਆ ਇਹ ਦੁਬਈ ਦੇ ਵਿੱਚ ਬਣਾਇਆ ਗਿਆ ਹੈ। और Infinity Bridge is an impressive construction in which city of world that was open to traffic for the first time। So ਇਹ ਕਿੱਥੇ ਬਣਾਇਆ ਗਿਆ ਦੁਬਈ ਦੇ ਵਿੱਚ ਬਣਾਇਆ ਗਿਆ ਹੈ। In January 2022 which organization has released a report titled Inequality Kills। ਕਹਿੰਦੇ ਕਿ ਉਹਨਾਂ ਨੇ ਕੀ ਕੀਤਾ ਰਿਪੋਰਟ ਜਾਰੀ ਕੀਤੀ ਹੈ ਇਨਕੁਐਲਿਟੀ ਨੂੰ ਅਸੀਂ ਹਰਾਣਾ ਹੈ ਕਿਲ ਕਰਨਾ ਹੈ। that reveal that the COVID-19 pandemic has highlighted economic inequalities across the world। ਇਹ ਕਿਸ ਰਿਗਾਰਡਿੰਗ ਸੀ ਕਿ ਕੋਵਿਡ-19 ਪੈਂਡਮਿਕ ਨੇ ਕੀ ਕੀਤਾ ਹੈ ਇਨਕੁਐਲਿਟੀਜ਼ ਜਿੰਨੀਆਂ ਵੀ ਸਾਡੇ ਸਮਾਜ ਵਿੱਚ ਨੇ ਉਹਨਾਂ ਨੂੰ ਜਿਹੜੀ ਇਕਨੋਮਿਕਲੀ ਜੋ ਇਨਕੁਐਲਿਟੀਜ਼ ਆ ਰਹੀਆਂ ਜੋ ਅਮੀਰ ਗਰੀਬ ਦੇ ਵਿੱਚ ਫਰਕ ਆ ਰਿਹਾ ਉਸ ਨੂੰ ਘਟਾਉਣ ਦੇ ਲਈ ਸੋ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਉਸ ਦਾ ਨਾਮ ਹੈ ਇਨਕੁਐਲਿਟੀ ਕਿਲਸ। ਸੋ ਇਹ ਕਿਹਦੇ ਦੁਆਰਾ ਕਿਸ ਆਰਗੇਨਾਈਜੇਸ਼ਨ ਦੁਆਰਾ ਰਿਲੀਜ਼ ਕੀਤੀ ਗਈ ਹੈ ਇਹ ਆਕਸਫੈਮ ਇੰਡੀਆ ਦੁਆਰਾ ਰਿਲੀਜ਼ ਕੀਤੀ ਗਈ ਹੈ। ਵਟ ਇਜ਼ ਥੀਮ ਆਫ ਵਰਲਡ ਇਕਨੋਮਿਕ ਫੋਰਮ ਡੈਵੋਸ ਏਜੰਡਾ ਵਰਚੁਅਲ ਸਮਿਟ 2022। ਜਿਹੜੀ ਕਿ ਡੈਵੋਸ ਏਜੰਡਾ ਵਰਚੁਅਲ ਸਮਿਟ ਹੋਈ 2022 ਦੀ ਵਰਲਡ ਇਕਨੋਮਿਕ ਫੋਰਮ ਦੀ। ਸੋ ਇਹ ਜਿਹੜੀ ਇਸ ਦੀ ਥੀਮ ਕੀ ਸੀ ਦੈਟ ਇਜ਼ ਦੀ ਸਟੇਟ ਆਫ ਦੀ ਵਰਲਡ। ਸਟੇਟ ਆਫ ਦੀ ਵਰਲਡ ਇੱਕ ਥੀਮ ਹੈਗੀ ਹੈ ਇਹਦੀ। ਵਿਚ ਕੰਟਰੀ ਡਿਸਾਈਡਡ ਟੂ ਮੇਕ ਯੂਨੀਕ ਬਿਜ਼ਨਸ ਆਈਡੀ ਮੈਂਡੇਟਰੀ ਫॉर ऑल ई-कॉमर्स एंटिटीज़ इन दी कंट्री। ਕਿ ਇਸ ਕੰਟਰੀ ਬੰਗਲਾਦੇਸ਼ ਵਾਲਿਆਂ ਨੇ ਕਿਹਾ ਹੈ ਕਿ ਉਹ ਕੀ ਕਰਨਗੇ ਆਈਡੀ ਜਿਹੜਾ ਹੈਗੀ ਹੈ ਯੂਨੀਕ ਬਿਜ਼ਨਸ ਦੀ ਉਸਨੂੰ ਕੰਪਲਸਰੀ ਕਰ ਦੇਣਗੇ ਮੈਂਡੇਟਰੀ ਕਰ ਦੇਣਗੇ ਜਿੰਨੇ ਵੀ ई-कॉमर्स एंटिटीज़ ਨਾਲ ਰਿਲੇਟਡ ਨੇ। ਐਜ਼ ਪਰ ਨਿਊ ਸਟੇਟ ਕੈਪੀਟਲ ਲਾਅ ਇੰਡੋਨੇਸ਼ੀਆ ਸ਼ਿਫਟਡ ਇਟਸ ਕੈਪੀਟਲ ਫਰੋਮ ਜਕਾਰਤਾ ਟੂ। ਹੁਣ ਇੰਡੋਨੇਸ਼ੀਆ ਵਾਲਿਆਂ ਨੇ ਕੀ ਕਿਹਾ ਕਿ ਸਾਡੀ ਕੈਪੀਟਲ ਜਕਾਰਤਾ ਨਹੀਂ ਹੈ ਸਾਡੀ ਕੈਪੀਟਲ ਦਾ ਨਵਾਂ ਨਾਮ ਕੀ ਹੈ ਸੋ ਨਵੀਂ ਉਹਨਾਂ ਜਗ੍ਹਾ ਚੂਜ਼ ਕੀਤੀ ਦੈਟ ਇਜ਼ ਨੁਸੰਤਾਰਾ।
Which country has inaugurated the India's a sister social housing unit project? India sister social housing unit project एक किस country ਦਾ है? That is Mauritius वाले ने इसमें inaugurate किया है. Which of the following countries not a participant in the first India Central Asia Summit? ਜਿਹੜੀ कि ਪਹਿਲੀ ਵਾਰ ਇੰਡੀਆ ਦੀ Central Asia Summit ਹੋਈ ਸੀ, ਕੌਣ participate ਨਹੀਂ ਸੀ? That is ਅਫਗਾਨਿਸਤਾਨ ਵਾਲੇ ਇਸ ਵਿੱਚ ਨਹੀਂ ਸਨ ਸ਼ਾਮਿਲ. India has signed a memorandum understanding with which country with the scope of cooperation in health research. Health research ਦੇ ਵਿੱਚ ਅਸੀਂ cooperation ਕਰਨ ਲਈ ਇੰਡੀਆ ਨੇ ਕਿਹਦੇ ਨਾਲ MOU ਸਾਈਨ ਕੀਤਾ ਹੈ? ਫਰਾਂਸ ਵਾਲਿਆਂ ਦੇ ਨਾਲ MOU ਸਾਈਨ ਕੀਤਾ ਗਿਆ ਹੈ. The clicker boards of which of the following groups of countries has been inscribed in intangible cultural heritage of humanity of United Nations Education Scientific Culture Organization. UNESCO ਵਾਲਿਆਂ ਨੇ ਕੀ ਕੀਤਾ ਹੈ? ਕਲਿੰਕਰ ਬੋਰਡਸ ਵਾਲੇ ਜਿਹੜਾ ਕਿ एक ग्रुप बनाया गया है वो कितना कंट्रीज का है? नॉर्डिक कंट्रीज का ग्रुप है. सो वर्ल्ड लार्जेस्ट कैनाल लॉक वाज अनवील्ड इन विच कंट्री? जो सब तो वड्डा कैनाल लॉक हैगा वो कित्थे स्थित है? दैट इज नीदरलैंड विच. विद विच इंटर गवर्नमेंट ऑर्गेनाइजेशन इंडिया हैज रिसेंटली साइन डिजिटल वर्क प्लान 2022? इंडिया ने किहदे नाल साइन किया है प्लान? दैट इज ASEAN दे नाल साइन किया है. सो बुक्स एंड ऑथर्स भी साडे मैंशन किए गए हैं, इन्होंने भी जरूर पढ़ लेना. बुक हैगी है लास्ट अमंग इक्वल पावर कास्ट एंड पॉलिटिक्स इन बिहार विलेजेस. एक किहदे द्वारा लिखी गई है? MR शरण द्वारा. दी $10 ट्रिलियन ड्रीम. $10 ट्रिलियन ड्रीम एक द्वारा लिखी गई है? सुभाष चंद्र गर्ग द्वारा लिखी गई है. फीयरलेस गवर्नेंस के द्वारा? किरण बेदी द्वारा. प्राकृतिक वैदिक अवीम जीवालिक खेती ग्रामीण उद्यमिता का नया स्वरूप. सो ये किस द्वारा लिखी गई है? मनोज सिन्हा जी द्वारा लिखी गई है. द न्यू बायोग्राफी ऑफ नेताजी सुभाष चंद्र बोस. टाइटल बोस द अनटोल्ड स्टोरी ऑफ इन कन्वेंशनल नेशनलिस्ट एक किस द्वारा लिखी गई है? चंद्रचूड़ घोष द्वारा लिखी गई है. द लीजेंड ऑफ बिरसा मुंडा एक किस द्वारा लिखी गई है बुक? दैट इज तुहीन ए सिन्हा एंड अंकिता वर्मा द्वारा लिखी गई है. लास्ट अमंग इक्वल्स पावर कास्ट पॉलिटिक्स इन बिहार विलेज से मैं पहले भी रिपीट हो गए ने क्वेश्चन दो ही लास्ट. ए MR शर्मा द्वारा लिखी गई है. $10 ट्रिलियन ड्रीम्स एक किस द्वारा? सुभाष चंद्र गर्ग द्वारा. होप सो ਤੁਹਾਨੂੰ ਮੇਰਾ ਸੈਸ਼ਨ ਪਸੰਦ ਆਏਗਾ. ਐਵੇਂ ਹੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ. ਅਗਰ ਤੁਹਾਨੂੰ ਪੰਜਾਬ ਦੇ ਹੋਰ ਵੀ ਐਗਜ਼ਾਮਸ ਦੀ ਪ੍ਰੀਪਰੇਸ਼ਨ ਕਰਨੀ ਹੈ, ਇਹ ਕਰੰਟ ਅਫੇਅਰ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋਏਗਾ. ਮੈਂ ਜਲਦੀ ਇਸ ਲਈ ਕੀਤਾ ਬਿਕੋਜ਼ ਟਾਈਮ ਘੱਟ ਹੈ ਸਾਡੇ ਤੋਂ, ਅਸੀਂ ਜਲਦੀ 6 ਮੰਥ ਦੇ ਕਰੰਟ ਅਫੇਅਰ ਸਾਰੇ ਕਵਰ ਕਰਨਾ ਚਾਹੁੰਦੇ ਹਾਂ ਇਸ ਲਈ. ਸੋ ਥੈਂਕ ਯੂ ਸੋ ਮਚ.